दोस्तों एक फिर ਤੁਹਾਡਾ ਸਵਾਗਤ ਹੈ ਜੀ ਤੇ ਮੇਰੇ ਵੱਲੋਂ ਜਾਨੀ ਕਿ ਸਤਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। तो दोस्तों ਅੱਜ ਅਸੀਂ ਗੱਲ ਕਰਾਂਗੇ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ। ਇਹ ਗੱਲ ਜਿਹੜੀ ਹੈਗੀ ਤਕਰੀਬਨ ਸਾਰਿਆਂ ਨੇ ਜਿਹੜੀ ਹੈ ਸੁਣੀ ਹੋਈ ਹੈ, ਖਾਸ ਕਰਕੇ ਪੰਜਾਬੀਆਂ ਦੀ ਜਾਂ ਇੰਡੀਅਨ ਕਮਿਊਨਿਟੀ ਨੇ ਜਿਹੜੀ ਹੈ ਇਹ ਗੱਲ ਜ਼ਰੂਰ ਆਪਣੇ ਆਲੇ ਦੁਆਲੇ ਕਿਤੇ ਨਾ ਕਿਤੇ ਜ਼ਰੂਰ ਸੁਣੀ ਹੋਏਗੀ। ਸੁਪਰ ਵੀਜ਼ਾ ਇੰਸ਼ੋਰੈਂਸ ਐਕਚੁਅਲੀ ਸੁਪਰ ਵੀਜ਼ਾ ਇੰਸ਼ੋਰੈਂਸ ਕੀ ਹੈਗੀ ਆ ਕਿ ਇਹ ਜਿਹੜੇ ਬੰਦਿਆਂ ਨੂੰ ਸੁਪਰ ਵੀਜ਼ਾ ਮਿਲਦਾ ਹੈਗਾ ਉਹਦੇ ਵਾਸਤੇ ਰਿਕੁਆਇਰਡ ਹੈਗੀ ਆ। ਤੇ ਥੋੜਾ ਜਿਹਾ ਮੈਂ ਦੱਸਣਾ ਚਾਹਾਂਗਾ ਕਿ ਸੁਪਰ ਵੀਜ਼ਾ ਕੀ ਹੈਗਾ। ਜਿੰਨੇ ਵੀ ਕੈਨੇਡੀਅਨ ਸਿਟੀਜ਼ਨ ਹੈਗੇ ਨੇ ਜਾਂ PR ਹੈਗੇ ਨੇ ਤੇ ਉਹ ਕੁਝ ਕੁ ਸ਼ਰਤਾਂ ਜੇ ਇਨਕਮ ਦੀਆਂ ਪੂਰੀਆਂ ਕਰਦੇ ਨੇ ਤੇ ਉਹ ਆਪਣੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਯਾਨੀ ਕਿ ਮਾਂ ਪਿਓ, ਨਾਨਾ ਨਾਨੀ ਤੇ ਦਾਦਾ ਦਾਦੀ ਨੂੰ ਜਿਹੜਾ ਹੈਗਾ ਕਿ ਬੁਲਾ ਸਕਦੇ ਨੇ ਕੈਨੇਡਾ ਦੇ ਵਿੱਚ ਤੇ ਉਹਨਾਂ ਨੂੰ ਸੁਪਰ ਵੀਜ਼ਾ ਇਸ਼ੂ ਹੋ ਸਕਦਾ ਹੈਗਾ। ਸੁਪਰ ਵੀਜ਼ਾ ਬੇਸਿਕਲੀ ਵਿਜ਼ਟਰ ਵੀਜ਼ਾ ਹੀ ਹੈਗਾ, ਪਰ ਇਹ ਸੁਪਰ ਵੀਜ਼ਾ ਜਿਹੜਾ ਹੈਗਾ ਕਿ 10 ਸਾਲ ਵਾਸਤੇ ਜਿਹੜਾ ਹੈਗਾ 10 ਸਾਲ ਦਾ ਜਿਹੜਾ ਹੈਗਾ ਸੁਪਰ ਵੀਜ਼ਾ ਉਹਨਾਂ ਨੂੰ ਮਲਟੀ ਐਂਟਰੀ ਜਿਹੜਾ ਹੈਗਾ ਵੀ ਇਸ਼ੂ ਹੁੰਦਾ ਹੈਗਾ। ਤੇ ਇਸ ਵੀਜ਼ੇ ਦੇ ਤਹਿਤ ਜਿਹੜਾ ਹੈਗਾ ਕਿ ਲਗਾਤਾਰ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਜਿਹੜੇ ਹੈਗੇ 2 ਸਾਲ ਇੱਥੇ ਰਹਿ ਸਕਦੇ ਹੈਗੇ ਨੇ। ਤੋ ਇੱਕ ਤਰ੍ਹਾਂ ਦਾ ਫੈਮਿਲੀ ਰੀਯੂਨੀਅਨ ਨੂੰ ਜਿਹੜਾ ਹੈਗਾ ਕਿ ਪ੍ਰਮੋਟ ਕਰਨ ਵਾਸਤੇ ਜਾਂ ਉਹਨੂੰ ਐਨਹਾਂਸ ਕਰਨ ਵਾਸਤੇ ਜਾਂ ਇੱਕ ਤਰ੍ਹਾਂ ਦੀ ਸੁਵਿਧਾ ਦੇਣੀ ਕਿ ਤੁਸੀਂ ਆਪਣੇ ਪੇਰੈਂਟਸ ਨਾਲ ਜਿਹੜਾ ਹੈਗਾ ਵੀ ਛੇਤੀ ਬੁਲਾ ਸਕੋ, ਕਿਉਂਕਿ ਅਦਰਵਾਈਜ਼ ਤੁਸੀਂ ਆਪਣੇ ਪੇਰੈਂਟਸ ਨੂੰ ਜਦੋਂ ਸਪੋਂਸਰ ਕਰਦੇ ਹੈਗੇ ਹੋ ਤੁਹਾਡਾ ਕਈ ਵਾਰੀ ਲੋਟਰੀ 'ਚ ਨੰਬਰ ਆਉਂਦਾ ਹੈ ਜਾਂ ਨਹੀਂ ਆਉਂਦਾ ਹੈਗਾ ਤੇ ਟਾਈਮ ਲੱਗ ਜਾਂਦਾ ਹੈਗਾ। ਪਰ ਸੁਪਰ ਵੀਜ਼ਾ ਦੇ ਰਾਹੀਂ ਜਿਹੜਾ ਹੈਗਾ ਕਿ ਤੁਸੀਂ ਛੇਤੀ ਆਪਣੇ ਪੇਰੈਂਟਸ ਨੂੰ ਆਪਣੇ ਕੋਲ ਬੁਲਾ ਸਕਦੇ ਹੋ, ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ। ਪਰ ਇਹਦੀ ਇੱਕ ਸ਼ਰਤ ਹੈਗੀ ਹੈ ਕੈਨੇਡੀਅਨ ਗਵਰਨਮੈਂਟ ਵੱਲੋਂ ਕਿ ਜਿਸ ਨੇ ਵੀ ਸੁਪਰ ਵੀਜ਼ਾ ਲਗਵਾਉਣਾ ਹੋਵੇ ਤਾਂ ਤੁਹਾਨੂੰ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਪੈਂਦੀ ਹੈ। ਦੈਟ ਮੀਨਸ ਕਿ ਤੁਹਾਨੂੰ ਕੈਨੇਡੀਅਨ ਇੰਸ਼ੋਰੈਂਸ ਕੰਪਨੀ ਕੋਲੋਂ ਟਰੈਵਲ ਇੰਸ਼ੋਰੈਂਸ, ਮੈਡੀਕਲ ਐਮਰਜੈਂਸੀ ਮੈਡੀਕਲ ਟਰੈਵਲ ਇੰਸ਼ੋਰੈਂਸ ਲੈਣੀ ਪੈਂਦੀ ਹੈਗੀ ਆ। ਤਾਂ ਉਹਦੀ ਕੰਡੀਸ਼ਨ ਇੱਕ ਤਾਂ ਇਹ ਹੈਗੀ ਹੈ ਕਿ ਕੈਨੇਡੀਅਨ ਇੰਸ਼ੋਰੈਂਸ ਕੰਪਨੀ ਕੋਲੋਂ ਲੈਣੀ ਹੈ। ਦੂਸਰੀ ਇਹ ਕੰਡੀਸ਼ਨ ਹੈਗੀ ਹੈ ਕਿ ਤੁਸੀਂ $1 ਲੱਖ ਦੀ ਘੱਟੋ ਘੱਟ ਲੈਣੀ ਹੈ, ਜ਼ਿਆਦਾ ਦੀ ਲੈਣੀ ਤੁਹਾਡੀ ਇੱਛਾ ਹੈਗੀ ਆ। ਕਈਆਂ ਨੇ 1.5 ਲੱਖ ਦੀ ਜਾਂ 2 ਲੱਖ ਦੀ ਜਾਂ 3 ਲੱਖ ਦੀ ਵੀ ਲੋਕ ਲੈ ਲੈਂਦੇ ਨੇ ਡਿਪੈਂਡਿੰਗ ਔਨ ਦਾ ਕੰਡੀਸ਼ਨ ਹੈਲਥ ਕੰਡੀਸ਼ਨ ਆਫ ਯੂਰ ਪੇਰੈਂਟਸ। ਉਹ ਜ਼ਿਆਦਾ ਵੀ ਲੈ ਲੈਂਦੇ, ਕਈ 3-3 ਲੱਖ ਦੀ ਵੀ ਲੈ ਲੈਂਦੇ ਹੈਗੇ ਨੇ। ਪਰ ਜਿਹੜੀ ਰਿਕੁਆਇਰਮੈਂਟ ਹੈਗੀ ਆ ਉਹ $1 ਲੱਖ ਦੀ ਹੈਗੀ ਆ। ਕੈਨੇਡੀਅਨ ਇੰਸ਼ੋਰੈਂਸ ਕੰਪਨੀ $1 ਲੱਖ ਦੀ ਇੰਸ਼ੋਰੈਂਸ ਲੈਣੀ ਹੈਗੀ ਆ ਤੇ 1 ਸਾਲ ਵਾਸਤੇ ਲੈਣੀ ਹੈਗੀ ਆ। ਭਾਵੇਂ ਉਹ ਥੋੜ੍ਹਾ ਚਿਰ ਹੀ ਰਹਿਣ ਪਰ ਜਿਹੜੀ ਤੁਹਾਨੂੰ ਇੰਸ਼ੋਰੈਂਸ ਹੈਗੀ ਉਹ 1 ਸਾਲ ਵਾਸਤੇ ਲੈਣੀ ਪਏਗੀ। ਹਾਂ, ਜੇ ਤੁਹਾਡੇ ਪੇਰੈਂਟਸ ਪਹਿਲਾਂ ਚਲੇ ਜਾਂਦੇ ਹੈਗੇ ਨੇ ਤਾਂ ਉਹ ਉਨੇ ਟਾਈਮ ਦਾ ਇੰਸ਼ੋਰੈਂਸ ਕੰਪਨੀ ਜਿਹੜੀ ਹੈਗੀ ਹੈ ਰਿਫੰਡ ਬਾਅਦ 'ਚ ਕਰ ਦਿੰਦੀ ਹੈਗੀ ਆ। ਪਰ ਵੀਜ਼ੇ ਦੀ ਕੰਡੀਸ਼ਨ ਵਾਸਤੇ ਜਿਹੜਾ ਹੈਗਾ ਕਿ ਤੁਹਾਨੂੰ $1 ਲੱਖ ਦੀ ਇੰਸ਼ੋਰੈਂਸ ਲੈਣੀ ਪੈਂਦੀ ਹੈਗੀ ਆ। ਇਹ ਇੰਸ਼ੋਰੈਂਸ ਆਪਾਂ ਨੂੰ ਜਿਹੜੀ ਇਹਦੇ 'ਚ ਕਵਰੇਜ ਕੀ ਹੁੰਦੀ ਹੈਗੀ ਹੈ, ਪਹਿਲਾਂ ਗੱਲ ਆਪਾਂ ਇਹ ਕਰਦੇ ਕਿ ਵਾਟ ਇਜ਼ ਕਵਰਡ ਇਨ ਦੈਟ ਇੰਸ਼ੋਰੈਂਸ ਪੋਲਿਸੀ। ਤੇ ਇੰਸ਼ੋਰੈਂਸ ਜਿਹੜੀ ਹੈਗੀ ਬਹੁਤ ਸਾਰੇ ਪ੍ਰੋਵਾਈਡਰਸ ਹੈਗੇ ਨੇ, ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਜਿਹੜੀਆਂ ਕਿ ਇਹ ਟਰੈਵਲ ਇੰਸ਼ੋਰੈਂਸ ਕਰਦੀਆਂ ਹੈਗੀਆਂ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਦੀਆਂ ਹੈਗੀਆਂ। ਤੇ ਤੁਸੀਂ ਪਹਿਲਾਂ ਤਾਂ ਅੱਛੀ ਕੰਪਨੀ ਨੂੰ ਚੂਜ਼ ਕਰਨਾ ਹੈਗਾ। ਜਦੋਂ ਵੀ ਸਾਡੇ ਕੋਲ ਕੋਈ ਆਉਂਦਾ ਹੈਗਾ ਸੁਪਰ ਵੀਜ਼ਾ ਇੰਸ਼ੋਰੈਂਸ ਲੈਣ ਵਾਸਤੇ ਤੇ ਅਸੀਂ ਹਮੇਸ਼ਾ ਇਹ ਪੁੱਛਦੇ ਹਾਂ ਵੀ ਤੁਸੀਂ ਸਸਤੀ ਭਰ ਰਹੇ ਹੈਗੇ ਹੋ ਜਾਂ ਵਧੀਆ ਭਰ ਰਹੇ ਹੈਗੇ ਹੋ। ਤੇ ਦੋਨਾਂ ਦਾ ਫਰਕ ਹੁੰਦਾ ਹੈਗਾ। ਸਸਤੀ ਦੇ ਵਿੱਚ ਤੁਸੀਂ ਦੇਖੋ ਜਿਹੜੀ ਸਸਤੀ ਹੋਏਗੀ ਨੈਚੁਰਲੀ ਉਹਦੇ ਵਿੱਚ ਬਹੁਤ ਸਾਰੀਆਂ ਅੰਦਰ ਜਾ ਕੇ ਕੰਡੀਸ਼ਨਸ ਹੋਣਗੀਆਂ। ਜਦੋਂ ਕਲੇਮ ਆਏਗਾ ਤੇ ਆਪਾਂ ਨੂੰ ਜੇ ਕਲੇਮ ਨਹੀਂ ਮਿਲੇਗਾ ਤਾਂ ਕੀ ਫਾਇਦਾ ਹੋਏਗਾ ਇੰਸ਼ੋਰੈਂਸ ਕਰਵਾਉਣ ਦਾ, ਹੈ ਨਾ। ਤਾਂ ਇਹ ਜ਼ਰੂਰ ਚੀਜ਼ ਦੇਖਣੀ ਹੈਗੀ ਕਿ ਵਧੀਆ ਇੰਸ਼ੋਰੈਂਸ ਕੰਪਨੀ ਵੀ ਹੋਵੇ ਤੇ ਵਧੀਆ ਇੰਸ਼ੋਰੈਂਸ ਪਾਲਿਸੀ ਵੀ ਹੋਵੇ, ਦੋਨੋਂ ਚੀਜ਼ਾਂ ਦੇਖਣੀਆਂ ਹੈਗੀਆਂ। ਤਾਂ ਜਿਹੜੇ ਵੀ ਐਡਵਾਈਜ਼ਰ ਕੋਲ ਤੁਸੀਂ ਇੰਸ਼ੋਰੈਂਸ ਕਰਵਾਉਂਦੇ ਹੈਗੇ ਤਾਂ ਜ਼ਰੂਰ ਉਹਦੇ ਕੋਲ ਸਮਝੋ ਕਿ ਇਹਦੇ ਵਿੱਚ ਕੀ ਕਵਰਡ ਹੈਗਾ, ਕਿਹੜੀਆਂ ਕਵਰਡ ਹੈਗੀਆਂ। ਮੋਟੇ ਤੌਰ ਤੇ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ, ਜੇ ਮੰਨ ਲਓ ਤੁਸੀਂ $1 ਲੱਖ ਦੀ ਇੰਸ਼ੋਰੈਂਸ ਕਰਵਾਈ ਹੈਗੀ ਆ ਤੇ ਅਗਰ ਰੱਬ ਨਾ ਕਰੇ ਤੁਹਾਡੇ ਪੇਰੈਂਟਸ ਨੂੰ ਹਸਪੀਟਲ ਜਾਣਾ ਪੈਂਦਾ ਹੈਗਾ ਤਾਂ ਉਹ $1 ਲੱਖ ਦੀ ਜਿਹੜੀ ਹਸਪੀਟਲ ਐਕਸਪੈਂਸਿਸ ਜਿਹੜੇ ਕਵਰਡ ਹੁੰਦੇ ਨੇ। ਮੋਸਟਲੀ ਉਹਦੇ ਵਿੱਚ ਜਿਹੜੇ ਹੈਗੇ ਨੇ ਹਸਪੀਟਲ ਐਕਸਪੈਂਸਿਸ ਜਿਹੜੇ ਕਵਰਡ ਹੁੰਦੇ ਨੇ। ਪਰ ਜੇ ਅਗਰ ਤੁਸੀਂ ਮੰਨ ਲਓ ਬਾਹਰ ਕੋਈ ਟੈਸਟ ਕਰਾਉਣ ਜਾਂਦੇ ਹੈਗੇ ਹੋ ਉਹਦਾ ਕੁਛ ਅਮਾਊਂਟ ਹੁੰਦੀ ਜਿਹੜੀ $1 ਲੱਖ ਦੇ ਵਿੱਚੋਂ ਕਵਰਡ ਹੁੰਦੀ ਹੈਗੀ ਆ, ਜਾਂ ਤੁਸੀਂ ਕਿਸੇ ਫੈਮਿਲੀ ਫਿਜ਼ੀਸ਼ੀਅਨ ਕੋਲ ਜਾਂਦੇ ਹੈਗੇ ਹੋ ਤਾਂ ਉਹਦੇ ਵੀ ਕੁਛ ਅਮਾਊਂਟ ਜਿਹੜੀ ਹੈਗੀ ਆ ਤੁਸੀਂ ਜਿਹੜੀ ਕਵਰਡ ਹੁੰਦੀ ਹੈਗੀ ਆ। ਸੋ ਇਸ ਤਰ੍ਹਾਂ ਜੇ ਮੰਨ ਲਓ ਇੱਥੇ ਡੈਥ ਹੋ ਜਾਂਦੀ ਹੈਗੀ ਆ ਪੇਰੈਂਟ ਦੀ ਤੇ ਜੇ ਉਹਨਾਂ ਨੂੰ ਇੱਥੇ ਉਹਨਾਂ ਦਾ ਜਿਹੜੀ ਕ੍ਰੀਮੇਸ਼ਨ ਕਰਨੀ ਹੈ ਤਾਂ ਉਹਦੇ ਡਿਫਰੈਂਟ ਅਮਾਊਂਟ ਡਿਫਰੈਂਟ ਪਾਲਿਸੀਜ਼ ਦੇ ਵਿੱਚ ਡਿਫਰੈਂਟ ਜਿਹੜੀਆਂ ਕੰਪਨੀਜ਼ ਦੀ ਪਾਲਿਸੀਜ਼ ਹੈਗੀਆਂ ਅਲੱਗ-ਅਲੱਗ ਅਮਾਊਂਟ ਹੁੰਦੀ ਹੈਗੀ। ਤਾਂ ਉਹ ਚੈੱਕ ਕਰਨਾ ਬਹੁਤ ਜ਼ਰੂਰੀ ਹੈਗੀ ਆ। ਰੱਬ ਨਾ ਕਰੇ ਕਿਸੇ ਦੀ ਇੱਥੇ ਡੈਥ ਹੋ ਜਾਏ ਤਾਂ ਫਿਰ ਉਹਦੇ 'ਚ ਤੁਹਾਨੂੰ ਕਿੰਨੀ ਅਮਾਊਂਟ ਮਿਲਦੀ ਹੈਗੀ ਆ। ਸੋ ਉਹ ਡਿਫਰੈਂਟ ਹੈਗੀ ਆ। ਇਸੇ ਕਰਕੇ ਚੰਗੀ ਅਤੇ ਮਾੜੀ ਇੰਸ਼ੋਰੈਂਸ ਦਾ ਜਿਹੜਾ ਫਰਕ ਪੈਂਦਾ। ਕਈ ਵਾਰੀ ਇੱਥੇ ਡੈਥ ਹੋ ਜਾਂਦੀ ਹੈਗੀ ਆ ਪਰ ਅਸੀਂ ਇਹ ਚਾਹੁੰਦੇ ਹੈਗੇ ਕਿ ਉਹਨਾਂ ਦੀ ਜਿਹੜੀ ਬਾਡੀ ਹੈਗੀ ਆ ਉਹ ਕਿਸੇ ਨਾ ਕਿਸੇ ਤਰੀਕੇ ਇੰਡੀਆ ਪਹੁੰਚਾਈ ਜਾਵੇ ਤਾਂ ਉਹਦਾ ਐਕਸਪੈਂਸ ਹੁੰਦੇ ਨੇ
ਤਾਂ ਪਾਲਿਸੀ ਦੇ ਵਿੱਚ ਫਿਰ 1 ਲੱਖ ਦੀ ਕਵਰੇਜ ਨਹੀਂ ਹੁੰਦੀ ਹੈਗੀ, ਕੁਛ ਅਮਾਊਂਟ ਜਿਹੜੀ ਕਵਰ ਹੁੰਦੀ ਹੈਗੀ ਆ 4000 ਹੋ ਸਕਦੀ ਹੈਗੀ ਆ, 6000 ਹੋ ਸਕਦੀ ਹੈਗੀ ਆ, 15000 ਹੋ ਸਕਦੀ ਆ, 16000 ਹੋ ਸਕਦੀ ਹੈ। ਤਾਂ ਉਹ ਅਮਾਊਂਟ ਚੈੱਕ ਕਰਨੀ ਬਹੁਤ ਜ਼ਰੂਰੀ ਹੈਗੀ ਆ ਕਿ ਉਹ ਅਮਾਊਂਟ ਕਿੰਨੀ। ਮੰਨ ਲਓ ਤੁਸੀਂ $100 ਕਿਸੇ ਕੋਲ ਸਸਤੀ ਲੈ ਲਈ ਇੰਸ਼ੋਰੈਂਸ, ਅਤੇ ਜੇ ਉਹਦੇ 'ਚ ਕਵਰੇਜ ਅਮਾਊਂਟ ਹੀ ਘੱਟ ਹੈਗੀ ਤਾਂ $100 ਬਚਾਏ ਦਾ ਕਿ ਫਿਰ ਕੀ ਫਾਇਦਾ ਹੈਗਾ। ਤਾਂ ਜਦੋਂ ਵੀ ਤੁਸੀਂ ਪਾਲਿਸੀ ਲਓ ਤਾਂ ਉਹਦੇ ਵਿੱਚ ਇਹ ਚੀਜ਼ਾਂ ਜ਼ਰੂਰ ਦੇਖੋ ਕਿ ਇਹਦੇ ਵਿੱਚ ਕਿਹੜੀਆਂ ਕੰਡੀਸ਼ਨਸ ਕਵਰਡ ਹੈਗੀਆਂ। ਕਈ ਵਾਰੀ ਪੇਰੈਂਟਸ ਤੁਹਾਡੇ ਇੱਥੇ ਆਉਂਦੇ ਨੇ, ਫਿਰ ਤੁਹਾਡੇ ਰਿਸ਼ਤੇਦਾਰ ਮੰਨ ਲਓ ਕਿ ਅਮਰੀਕਾ ਦੇ ਵਿੱਚ ਹੈਗੇ ਨੇ, ਉਹ ਮਹੀਨਾ ਕੁ ਉੱਥੇ ਵੀ ਜਾਣਾ ਚਾਹੁੰਦੇ ਹੈਗੇ ਨੇ। ਕੁਛ ਕੁ ਇੰਸ਼ੋਰੈਂਸ ਕੰਪਨੀਆਂ ਉਹ ਜਿਹੜਾ ਸਾਈਡ ਟ੍ਰਿਪ ਹੈਗਾ ਉਹਨੂੰ ਕਵਰ ਕਰਦੀਆਂ ਨੇ, ਕੁਛ ਨਹੀਂ ਕਰਦੀਆਂ ਹੈਗੀਆਂ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਨੋਟ ਕਰਨ ਵਾਲੀਆਂ ਹੈਗੀਆਂ। ਜੇ ਮੰਨ ਲਓ ਇੱਥੇ ਐਕਸੀਡੈਂਟ ਦੇ ਵਿੱਚ ਡੈਥ ਹੋ ਜਾਂਦੀ ਹੈ, ਕੁਛ ਕੰਪਨੀਆਂ ਜਿਹੜੀਆਂ ਹੈਗੀਆਂ $1,00,000 ਤੱਕ ਕਵਰੇਜ ਦਿੰਦੀਆਂ, ਵੀ $1,00,000 ਹੀ ਪੇ ਕਰ ਦਿੰਦੀ ਹੈ ਅਗਰ ਐਕਸੀਡੈਂਟ ਦੇ ਵਿੱਚ ਇੱਥੇ ਡੈਥ ਹੋ ਜਾਂਦੀ ਹੈ। ਐਕਸੀਡੈਂਟ ਦਾ ਮਤਲਬ ਜਿਵੇਂ ਡਿੱਗ ਕੇ ਵੀ ਹੋ ਸਕਦੀ ਹੈ, ਗੱਡੀ ਦੇ ਕੋਲੀਜਨ ਨਾਲ ਵੀ ਹੋ ਸਕਦੀ ਹੈ, ਕੋਈ ਹਿੱਟ ਹੋ ਜਾਂਦਾ ਉਹਦੇ ਨਾਲ ਵੀ ਹੋ ਸਕਦੀ ਹੈ ਡੈਥ, ਤੁਹਾਨੂੰ ਆਪਾਂ ਐਕਸੀਡੈਂਟਲ ਡੈਥ ਮੰਨਦੇ ਹੈਗੇ ਆ। ਅਤੇ ਅਗਰ ਉਸ ਕੇਸ ਦੇ ਵਿੱਚ ਜਿਹੜੇ ਕੁਛ ਕੰਪਨੀਆਂ ਜਿਹੜੀਆਂ ਹੈਗੀਆਂ $1,00,000 ਤੱਕ ਤੁਹਾਨੂੰ ਪੇ ਕਰ ਦਿੰਦੀਆਂ, ਕੁਛ ਨਹੀਂ ਪੇ ਕਰਦੀਆਂ ਹੈਗੀਆਂ। ਤਾਂ ਦੀਜ਼ ਆਰ ਦਾ ਥਿੰਗਸ ਕਿ ਜਦੋਂ ਵੀ ਅਸੀਂ ਪਾਲਿਸੀ ਖਰੀਦਦੇ ਹੈਗੇ ਤਾਂ ਇਹਨਾਂ ਚੀਜ਼ਾਂ ਦਾ ਜਿਹੜਾ ਹੈਗਾ ਕਿ ਸਾਨੂੰ ਖਿਆਲ ਰੱਖਣਾ ਚਾਹੀਦਾ। ਇੱਕ ਹੋਰ ਵੱਡਾ ਜਿਹੜਾ ਖਿਆਲ ਤੁਸੀਂ ਰੱਖਣਾ ਉਹ ਰੱਖਣਾ ਕਿ ਅਗਰ ਤੁਹਾਡੇ ਪੇਰੈਂਟਸ ਨੂੰ ਕੋਈ ਵੀ ਪਹਿਲਾ ਹੈਲਥ ਇਸ਼ੂ ਹੈਗਾ, ਠੀਕ ਹੈ, ਅਤੇ ਉਹ ਕਵਰਡ ਹੈਗਾ ਤੁਹਾਡੀ ਪਾਲਿਸੀ 'ਚ ਕਿ ਨਹੀਂ ਹੈਗਾ। ਜੇ ਕੋਈ ਪਹਿਲਾ ਹੈਲਥ ਇਸ਼ੂ ਨਹੀਂ ਹੈਗਾ, ਤੁਸੀਂ ਜਾਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਨੂੰ ਕਵਰ ਨਹੀਂ ਕਰਾਉਣਾ ਚਾਹੁੰਦੇ, ਤਾਂ ਪਾਲਿਸੀ ਸਸਤੀ ਹੁੰਦੀ ਹੈਗੀ ਆ। ਜੇ ਤੁਸੀਂ ਇਹ ਚਾਹੁੰਦੇ ਹੈਗੇ ਕਿ ਤੁਹਾਡੇ ਪੇਰੈਂਟਸ ਨੂੰ ਮੰਨ ਲਓ ਕੋਈ ਕੰਡੀਸ਼ਨ ਸੀ ਪਰ ਹੁਣ ਸਟੇਬਲ ਹੈਗੀ ਆ, ਸਟੇਬਲ ਦਾ ਡੈਫੀਨੇਸ਼ਨ ਇਹ ਹੁੰਦੀ ਹੈਗੀ ਕਿ ਪਿਛਲੇ 6 ਮਹੀਨੇ ਤੋਂ ਜਾਂ ਜੋ ਵੀ ਕੰਪਨੀ ਨੇ ਕੰਡੀਸ਼ਨ ਲਾਈ ਹੁੰਦੀ ਹੈ ਕਿ ਸੇਮ ਮੈਡੀਸਿਨ ਅਤੇ ਸੇਮ ਡੋਜ਼ ਬੰਦਾ ਲੈਂਦਾ ਹੋਵੇ ਤਾਂ ਉਹਨੂੰ ਆਪਾਂ ਸਟੇਬਲ ਕੰਡੀਸ਼ਨ ਮੰਨਦੇ ਹੈਗੇ ਆ। ਵੀ ਉਹ ਹਰ ਇੱਕ ਕੰਪਨੀ ਦੀ ਹੁੰਦੀ ਵੀ ਨਾਰਮਲੀ ਜਿਹੜੀ ਹੈਗੀ ਕਿ 6 ਮਹੀਨੇ ਦੀ ਜਿਹੜੀ ਹੈਗਾ ਟਾਈਮ ਪੀਰੀਅਡ ਹੁੰਦਾ ਕਿ ਪਿਛਲੇ 6 ਮਹੀਨਿਆਂ ਤੋਂ ਉਹਨਾਂ ਦੀ ਕੋਈ ਵੀ ਮੈਡੀਸਿਨ ਚੇਂਜ ਨਹੀਂ ਹੋਈ ਹੈਗੀ ਅਤੇ ਕੋਈ ਡੋਜ਼ ਚੇਂਜ ਵੀ ਨਹੀਂ ਹੋਈ। ਮਤਲਬ ਜੇ ਘਟੀ ਹੋਵੇ ਤਾਂ ਵੀ ਆਪਾਂ ਉਹਨੂੰ ਸਟੇਬਲ ਨਹੀਂ ਮੰਨਦੇ ਹੈਗੇ। ਤਾਂ ਇਹ ਜ਼ਰੂਰ ਤੁਸੀਂ ਚੈੱਕ ਕਰਨਾ ਹੈਗਾ ਕਿ ਆਪਣੇ ਪੇਰੈਂਟਸ ਨੂੰ ਪੁੱਛੋ ਕਿ ਤੁਹਾਨੂੰ ਕੋਈ ਹੈਲਥ ਇਸ਼ੂ ਪਹਿਲਾਂ ਤਾਂ ਨਹੀਂ ਹੈਗਾ। ਅਤੇ ਨਾਰਮਲੀ ਪੇਰੈਂਟਸ ਇਹ ਕਹਿਣਗੇ ਨਹੀਂ ਮੈਂ ਤਾਂ ਠੀਕ ਹੈਗਾ। ਪਰ ਜਦੋਂ ਵੀ ਪੇਰੈਂਟਸ ਇੱਥੇ ਕੋਈ ਮਾੜਾ ਕੋਈ ਉਹਨਾਂ ਨੂੰ ਇਸ਼ੂ ਹੁੰਦਾ, ਹੈਲਥ ਇਸ਼ੂ ਹੁੰਦਾ, ਅਸੀਂ ਡਾਕਟਰ ਕੋਲ ਲੈ ਕੇ ਜਾਂਦੇ ਹਾਂ, ਤਾਂ ਉਹ ਡਾਕਟਰ ਨੂੰ ਆਮ ਤੌਰ 'ਤੇ ਹਰ ਇੱਕ ਹਿਊਮਨ ਨੇਚਰ ਹੈਗੀ ਕਿ ਜਦੋਂ ਵੀ ਅਸੀਂ ਡਾਕਟਰ ਕੋਲ ਜਾਂਦੇ ਹਾਂ ਅਸੀਂ ਜ਼ਿਆਦੀਆਂ ਚੀਜ਼ਾਂ ਨੂੰ ਦੱਸਦੇ ਹੈਗੇ ਹਾਂ ਵੀ ਮੈਨੂੰ ਆਹ ਵੀ ਪ੍ਰੋਬਲਮ, ਮੈਨੂੰ ਇਹ ਵੀ ਪ੍ਰੋਬਲਮ ਆ। ਉਹ ਪੁੱਛੇਗਾ ਕਦੋਂ, ਕਹਿੰਦਾ ਪਹਿਲਾਂ ਵੀ ਮੈਨੂੰ 4 ਸਾਲ ਪਹਿਲਾਂ ਹੋਈ ਸੀ। ਉਹ ਫਿਰ ਪ੍ਰੀ ਐਗਜ਼ਿਸਟਿੰਗ ਦੇ ਵਿੱਚ ਜਿਹੜੀ ਹੈਗੀ ਕਾਊਂਟ ਹੋ ਜਾਂਦੀ ਹੈਗੀ ਆ। ਤਾਂ ਮੈਂ ਤਾਂ ਇਹ ਐਡਵਾਈਜ਼ ਕਰਾਂਗਾ ਕਿ ਹਮੇਸ਼ਾ ਭਾਵੇਂ ਤੁਹਾਡੇ ਪੇਰੈਂਟਸ ਨੂੰ ਕੋਈ ਹੈਲਥ ਇਸ਼ੂ ਨਹੀਂ ਵੀ ਹੈਗਾ ਪਹਿਲਾਂ, ਤਾਂ ਵੀ ਤੁਸੀਂ ਜਿਹੜਾ ਹੈਗਾ ਕਿ ਪ੍ਰੀ ਐਗਜ਼ਿਸਟਿੰਗ ਕਵਰੇਜ ਵਾਲੀ ਜਿਹੜੀ ਹੈਗੀ ਇੰਸ਼ੋਰੈਂਸ ਲਓ। ਬਹੁਤ ਵਾਰੀ ਇੱਦਾਂ ਦੇ ਕੇਸਿਸ ਹੋ ਗਏ ਨੇ, ਜਦੋਂ ਅਸੀਂ ਕਿਸੇ ਨੂੰ ਪੁੱਛਦੇ ਹਾਂ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਤਾਂ ਨਹੀਂ, ਉਹ ਕਹਿਣਗੇ ਨਹੀਂ ਜੀ ਭਾਜੀ ਕੋਈ ਨਹੀਂ, ਬਿਲਕੁਲ ਠੀਕ ਠਾਕ ਨੇ, ਫਿੱਟ ਨੇ, ਹੈ ਨਾ। ਪਰ ਜਦੋਂ ਡਾਕਟਰ ਕੋਲ ਜਾਂਦੇ ਨੇ ਉਹ ਪੇਰੈਂਟਸ ਜਿਹੜੇ ਹੁੰਦੇ ਨੇ ਉਹ ਦੱਸਦੇ ਨੇ ਵੀ ਨਹੀਂ ਮੈਂ ਤਾਂ ਆਪ ਗੋਲੀ ਖਾਣੀ ਹੈਗੀ ਆ, ਮੈਂ ਤਾਂ 6 ਮਹੀਨੇ ਤੋਂ ਜਾਂ ਸਾਲ ਤੋਂ ਜਾਂ 4 ਸਾਲ ਤੋਂ ਗੋਲੀ ਖਾਣੀ ਹੈਗੀ ਆ। ਉਹ ਡਾਕਟਰ ਲਿਖ ਦਿੰਦਾ ਹੈਗਾ ਤਾਂ ਤੁਹਾਡੇ ਰੈਕਡ 'ਚ ਆ ਜਾਂਦੀ ਹੈਗੀ ਹੈ। ਫਿਰ ਜਦੋਂ ਕਲੇਮ ਹੁੰਦਾ ਤਾਂ ਫਿਰ ਕਲੇਮ ਤੁਹਾਨੂੰ ਮਿਲਦਾ ਨਹੀਂ ਹੈਗਾ। ਤਾਂ ਇਸ ਕਰਕੇ ਜ਼ਰੂਰ ਇਸ ਗੱਲ ਦਾ ਖਿਆਲ ਰੱਖੋ। $100, $200, $300 ਬਚਾਉਣ ਦੀ ਬਜਾਏ ਮੈਂ ਤਾਂ ਇਹ ਰਿਕਮੈਂਡ ਕਰਾਂਗਾ ਕਿ ਪ੍ਰੀ ਐਗਜ਼ਿਸਟਿੰਗ ਕਵਰੇਜ ਵਾਲੀ ਜਿਹੜੀ ਇੰਸ਼ੋਰੈਂਸ ਹੈਗੀ ਹਮੇਸ਼ਾ ਉਹ ਲਵੋ, ਕਿਉਂਕਿ ਉਹਦੇ 'ਚ ਜਿਹੜੇ ਮੈਂ ਪਹਿਲਾਂ ਬੈਨੀਫਿਟਸ ਦੀ ਗੱਲ ਕੀਤੀ ਉਹ ਵੀ ਜ਼ਿਆਦਾ ਹੁੰਦੇ ਨੇ, ਵਧੀਆ ਹੁੰਦੇ ਹੈਗੇ ਨੇ। ਇਸ ਕਰਕੇ ਜਿਹੜੀ ਹੈਗੀ ਕਿ ਪ੍ਰੀ ਐਗਜ਼ਿਸਟਿੰਗ ਕਵਰੇਜ ਵਾਲੀ ਜਿਹੜੀ ਹੈਗੀ ਆ ਇੰਸ਼ੋਰੈਂਸ ਲਓ। ਇੰਸ਼ੋਰੈਂਸ ਖਰੀਦਣੀ ਕਦੋਂ ਚਾਹੀਦੀ ਹੈਗੀ ਆ? ਨਾਰਮਲੀ ਤਾਂ ਕੀ ਹੈਗਾ ਕਿ ਜਦੋਂ ਬੰਦਾ ਇੱਥੇ ਵਿਜ਼ਿਟ ਕਰਦਾ ਹੈਗਾ ਅਤੇ ਜੋ ਇੱਥੇ ਇਮੀਗ੍ਰੇਸ਼ਨ ਆਫਿਸਰ ਜਿਹੜਾ ਹੋਏਗਾ ਉਹ ਤਾਂ ਜ਼ਰੂਰ ਦੇਖੇਗਾ ਕਿ ਵੀ ਤੁਹਾਡੇ ਕੋਲ ਟਰੈਵਲ ਇੰਸ਼ੋਰੈਂਸ ਹੈਗੀ ਕਿ ਨਹੀਂ ਹੈਗੀ, ਹੈ ਨਾ, ਦੇਖ ਸਕਦਾ ਹੈਗਾ। ਜੇ ਤੁਹਾਡੇ ਕੋਲ ਨਹੀਂ ਹੈਗੀ ਤਾਂ ਤੁਹਾਨੂੰ ਰਿਫਿਊਜ਼ ਵੀ ਐਂਟਰੀ ਕਰ ਸਕਦਾ ਹੈਗਾ। ਪਰ ਕੋਸ਼ਿਸ਼ ਇਹ ਕਰੋ ਕਿ ਜਦੋਂ ਤੁਸੀਂ ਵੀਜ਼ੇ ਦਾ ਅਪਲਾਈ ਕਰਦੇ ਹੈਗੇ ਹੋ ਉਦੋਂ ਜਿਹੜੀ ਹੈਗੀ ਉਹ ਤੋਂ ਪਹਿਲਾਂ ਜਿਹੜਾ ਹੈਗਾ ਕਿ ਜਾਂ ਜਿਹੜੀ ਤੁਹਾਡੀ ਐਪਲੀਕੇਸ਼ਨ ਹੈਗੀ ਆ ਉਹਦੇ ਨਾਲ ਜਿਹੜੀ ਹੈਗੀ ਆ ਉਹ ਤੁਸੀਂ ਪਾਲਿਸੀ ਲਗਾਓ ਵੀ ਤੁਸੀਂ ਟਰੈਵਲ ਇੰਸ਼ੋਰੈਂਸ ਆਲਰੇਡੀ ਲਈ ਹੋਈ ਹੈਗੀ ਆ, ਠੀਕ ਹੈ। ਉਹਦੇ 'ਚ ਕੀ ਹੁੰਦਾ ਕਿ ਵੀਜ਼ਾ ਅਫਸਰ ਜਿਹੜਾ ਹੈਗਾ ਉਹ ਕੰਡੀਸ਼ਨ ਨਹੀਂ ਹੈਗੀ ਉਹਦੇ ਵੱਲੋਂ ਕਿ ਤੁਸੀਂ ਉਹਦੇ ਪਹਿਲਾਂ ਲਗਾਓ। ਅਗਲਾ ਕਹੇਗਾ ਜਦੋਂ ਮੈਂ ਜਾਵਾਂਗਾ ਉਦੋਂ ਮੈਂ ਪਰਚੇਜ਼ ਕਰ ਲਾਂਗਾ। ਪਰ ਫਿਰ ਵੀ ਜੇ ਅਸੀਂ ਉਹਨਾਂ ਦੀ ਵੈਬਸਾਈਟ 'ਤੇ ਜਾਈਏ ਕੈਨੇਡਾ ਵਾਲਿਆਂ ਦੇ, ਅਤੇ ਉਹ ਇਹ ਕਹਿਣਗੇ ਕਿ ਤੁਸੀਂ ਅਗਰ ਪਹਿਲਾਂ ਇੰਸ਼ੋਰੈਂਸ ਪਾਲਿਸੀ ਲੈਂਦੇ ਹੈਗੇ ਹੋ ਤਾਂ ਵੀਜ਼ਾ ਅਫਸਰ ਨੂੰ ਡਿਸੀਜਨ ਲੈਣ ਦੇ ਵਿੱਚ ਹੈਲਪ ਹੁੰਦੀ ਹੈਗੀ ਆ, ਵੀ ਚਾਂਸਿਸ ਵੱਧ ਜਾਂਦੇ ਹੈਗੇ ਨੇ। ਤਾਂ ਇਸ ਕਰਕੇ ਮੈਂ ਇਹ ਰਿਕਮੈਂਡ ਕਰਾਂਗਾ। ਔਰ ਮੋਸਟਲੀ ਲੋਕ ਜਿਹੜੇ ਹੈਗੇ ਨੇ ਜਦੋਂ ਵੀ ਵੀਜ਼ਾ ਅਪਲਾਈ ਕਰਦੇ ਹੈਗੇ ਨੇ, ਸੁਪਰ ਵੀਜ਼ਾ ਅਪਲਾਈ ਕਰਦੇ ਨੇ, ਪਹਿਲਾਂ ਹੀ ਇੰਸ਼ੋਰੈਂਸ ਜਿਹੜੀ ਹੈਗੀ ਉਹਨਾਂ ਨੇ ਨਾਲ ਲੈ ਕੇ ਅਟੈਚ ਕੀਤੀ ਹੁੰਦੀ ਹੈਗੀ ਆ। ਤਾਂ ਇਹ ਜ਼ਰੂਰ ਖਿਆਲ ਰੱਖੋ। ਹਾਂ, ਹੁਣ ਮੰਨ ਲਓ ਕਿ ਅੱਜ ਅਸੀਂ ਅਪਲਾਈ ਕਰ ਰਹੇ ਹਾਂ, ਪੇਰੈਂਟਸ ਨੇ ਮਈ ਦੇ ਵਿੱਚ ਜਾ ਕੇ ਆਉਣਾ ਹੈਗਾ, ਤਾਂ ਤੁਸੀਂ ਇਫੈਕਟਿਵ ਡੇਟ ਮਈ ਦੀ ਪਾ ਸਕਦੇ ਹੈਗੇ ਹੋ। ਤਾਂ ਉਹ ਜਿਹੜੀ ਇਫੈਕਟਿਵ ਡੇਟ ਦੈਟ ਮੀਨਸ ਕਿ ਕਦੋਂ ਇੰਸ਼ੋਰੈਂਸ ਤੁਹਾਡੀ ਸ਼ੁਰੂ ਹੋਏਗੀ। ਇੰਸ਼ੋਰੈਂਸ ਕੰਪਨੀ ਨੇ ਤੁਹਾਡੇ ਕੋਲੋਂ ਅੱਜ ਹੀ ਪੈਸੇ ਲੈ ਲੈਣੇ ਹੈਗੇ ਨੇ, ਪਰ ਸ਼ੁਰੂ ਉਦੋਂ ਹੋਏਗੀ ਜਦੋਂ ਤੁਹਾਡੇ ਪੇਰੈਂਟਸ ਐਕਚੁਅਲੀ ਦੇ ਵਿੱਚ
अपने कंट्री ਨੂੰ ਛੱਡ ਦਿੰਦੇ ਹੈਗੇ, ਆਪਣਾ ਇੰਟਰਨੈਸ਼ਨਲ ਬਾਰਡਰ ਨੂੰ ਜਦੋਂ ਕ੍ਰਾਸ ਕਰ ਲੈਂਦੇ ਉਦੋਂ ਇਫੈਕਟਿਵ ਜਿਹੜੀ ਹੈਗੀ ਤੁਹਾਡੀ ਇੰਸ਼ੋਰੈਂਸ ਹੋ ਜਾਂਦੀ ਹੈਗੀ ਆ। ਤੋ ਜਿਹੜੀ ਇਫੈਕਟਿਵ ਡੇਟ ਹੈਗੀ ਆ, ਮੰਨ ਲਓ ਕਿ ਵੀਜ਼ਾ ਲੱਗਣ ਦੇ ਵਿੱਚ ਟਾਈਮ ਲੱਗ ਗਿਆ, ਤੁਸੀਂ ਮਈ ਦੀ ਬਜਾਏ ਜੁਲਾਈ 'ਚ ਕਰ ਸਕਦੇ ਹੋ, ਉਹਨੂੰ ਐਕਸਟੈਂਡ ਕਰ ਸਕਦੇ ਹੈਗੇ ਇਫੈਕਟਿਵ ਡੇਟ ਨੂੰ। ਉਹਦੇ ਕੋਈ ਮੋਸਟਲੀ ਚਾਰਜਸ ਨਹੀਂ ਲੱਗਦੇ ਹੈਗੇ। ਤੁਸੀਂ ਆਪਣੇ ਏਜੰਟ ਨੂੰ, ਆਪਣੇ ਐਡਵਾਈਜ਼ਰ ਨੂੰ ਫੋਨ ਕਰਕੇ ਜਿਹੜੀ ਹੈ ਉਹ ਪਾਲਿਸੀ ਅੱਗੇ ਐਕਸਟੈਂਡ ਕਰਵਾ ਸਕਦੇ ਹੈਗੇ। ਇਫੈਕਟਿਵ ਡੇਟ ਜਿਹੜੀ ਹੈਗੀ ਉਹਨੂੰ ਅੱਗੇ ਪੋਸਟਪੋਨ ਕਰ ਸਕਦੇ ਹੈਗੇ ਹੋ। ਅਤੇ ਜਦੋਂ ਵੀ ਪੇਰੈਂਟਸ ਆ, ਇੱਥੇ ਮੈਂ ਜ਼ਰੂਰ ਗੱਲ ਕਰਾਂਗਾ ਕਿ ਕਈ ਬਹੁਤ ਲੋਕ ਚਲਾਕੀ ਵਰਤਦੇ ਨੇ, ਕਈ ਕੇਸਿਸ ਆਉਂਦੇ ਨੇ ਹੈਗੇ ਤਾਂ ਵੀ ਲੋਕ ਕੀ ਕਰਦੇ ਨੇ ਕਿ ਇੰਸ਼ੋਰੈਂਸ ਲੈ ਲੈਂਦੇ ਹੈਗੇ ਨੇ, ਕਿਉਂਕਿ ਮੰਨ ਲਓ $4-5 ਲੱਗ ਗਿਆ, ਲੋਕ ਕਹਿਣਗੇ ਇਹ ਤਾਂ ਅਸੀਂ ਵੀਜ਼ਾ ਲੈਣ ਵਾਸਤੇ ਲਵਾਈ ਸੀ, ਅਤੇ ਏਜੰਟ ਆਪਣੇ ਨੂੰ ਕਾਲ ਕਰਕੇ ਇਫੈਕਟਿਵ ਡੇਟ ਜਿਹੜੀ ਹੈਗੀ ਆ ਉਹ ਦੱਸਦੇ ਨਹੀਂ ਹੈਗੇ ਜਾਂ ਅੱਗੇ ਕਰਵਾ ਲੈਂਦੇ ਹੈਗੇ ਨੇ। ਐਕਚੁਅਲੀ ਪੇਰੈਂਟਸ ਇੱਥੇ ਆ ਚੁੱਕੇ ਹੁੰਦੇ ਨੇ, ਤਾਂ ਥੋੜ੍ਹੀ ਜਿਹੀ ਚਲਾਕੀ ਵਰਤਣ ਦੀ ਕੋਸ਼ਿਸ਼ ਕਰਦੇ ਨੇ। ਪਿੱਛੇ ਜੀ ਇੱਕ ਇੱਦਾਂ ਦਾ ਕੇਸ ਮੇਰੇ ਸਾਹਮਣੇ ਆਇਆ ਸੀ, ਉਹਨਾਂ ਨੇ ਆਪਣੀ ਇਫੈਕਟਿਵ ਡੇਟ ਜਿਹੜੀ ਹੈਗੀ ਕਿ ਕਰਵਾਈ ਨਹੀਂ ਸੀ, ਇਫੈਕਟਿਵ ਨਹੀਂ ਸੀ ਕਰਵਾਈ ਪਾਲਿਸੀ ਨੂੰ, ਉਹਨਾਂ ਨੇ ਅੱਗੇ ਪੋਸਟਪੋਨ ਕਰਵਾ ਦਿੱਤੀ। ਪੇਰੈਂਟਸ ਇੱਥੇ ਆ ਗਏ, ਪੇਰੈਂਟਸ ਜਦੋਂ ਇੱਥੇ ਆ ਗਏ ਉਹਨਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ। ਜੇ ਬ੍ਰੇਨ ਹੈਮਰੇਜ ਹੋ ਗਿਆ ਫਿਰ ਐਡਵਾਈਜ਼ਰ ਨੂੰ ਫੋਨ ਕੀਤਾ ਵੀ ਮੇਰੀ ਇਫੈਕਟਿਵ ਕਰ ਦਿਓ। ਜਦੋਂ ਇਫੈਕਟਿਵ ਕੀਤੀ ਅਤੇ ਉਹ ਕਿਉਂਕਿ ਆਲਰੇਡੀ ਇੱਥੇ ਆ ਚੁੱਕੇ ਸੀ, ਅਤੇ ਜਦੋਂ ਇੱਥੇ ਆਲਰੇਡੀ ਆ ਚੁੱਕੇ ਹੁਣ ਪੇਰੈਂਟਸ ਜਾਂ ਕੋਈ ਵੀ ਵਿਜ਼ਟਰ ਆ ਚੁੱਕਾ ਹੈ ਤਾਂ ਉਹਦੇ 'ਚ ਵੇਟਿੰਗ ਪੀਰੀਅਡ ਹੁੰਦਾ ਹੈਗਾ 48 ਘੰਟੇ ਦਾ ਜਾਂ 7 ਦਿਨ ਦਾ ਹੁੰਦਾ, ਵੀ ਡਿਪੈਂਡ ਕਰਦਾ ਕਿ ਕਿੰਨੇ ਦਿਨ ਹੋ ਗਏ ਨੇ ਉਹਨਾਂ ਨੂੰ ਇੱਥੇ ਕੈਨੇਡਾ ਦੇ ਵਿੱਚ ਆਇਆ ਨੂੰ। ਅਤੇ ਉਹ ਫਿਰ ਜਦੋਂ ਉਹਨੂੰ ਕਿਹਾ ਵੀ ਇਫੈਕਟਿਵ ਕਰ ਦਿਓ, ਏਜੰਟ ਨੇ ਕਰ ਦਿੱਤੀ ਇਫੈਕਟਿਵ, ਮੇਰੇ ਪੇਰੈਂਟਸ ਆ ਗਏ ਨੇ ਅਤੇ ਉਹਨਾਂ ਨੇ ਇਫੈਕਟਿਵ ਕਰ ਦਿੱਤੀ। ਫਿਰ ਨਾਲ ਹੀ ਅਗਲੇ ਦਿਨ ਫੋਨ ਕਰ ਦਿੱਤਾ ਜੀ ਬ੍ਰੇਨ ਹੈਮਰੇਜ ਹੋ ਗਿਆ, ਸਾਡੇ ਪੇਰੈਂਟਸ ਜਿਹੜੇ ਨੇ ਹਸਪੀਟਲ ਦੇ ਵਿੱਚ ਹੈਗੇ ਨੇ। ਉਹ ਕਹਿੰਦਾ ਉਹਦੇ 'ਚ ਵੇਟਿੰਗ ਪੀਰੀਅਡ ਸੀ। ਸੋ ਕਹਿਣ ਦਾ ਮਤਲਬ ਕਿ ਉਹ ਫਿਰ ਕਲੇਮ ਉਹਨੂੰ ਨਹੀਂ ਮਿਲਿਆ। ਜਦੋਂ ਕਲੇਮ ਨਹੀਂ ਮਿਲਦਾ ਫਿਰ ਆਪਾਂ ਬਦਨਾਮੀ ਕਰਦੇ ਕਿ ਇੰਸ਼ੋਰੈਂਸ ਕੰਪਨੀ ਵਾਲੇ ਕਲੇਮ ਨਹੀਂ ਦਿੰਦੇ। ਗਲਤੀ ਲਾਲਚ ਅਸੀਂ ਆਪ ਕੀਤਾ ਹੁੰਦਾ ਹੈਗਾ, ਅਤੇ ਆਪਾਂ ਇਲਜ਼ਾਮ ਲਗਾਉਂਦੇ ਹੈਗੇ ਆ ਇੰਸ਼ੋਰੈਂਸ ਕੰਪਨੀ ਦੇ ਕਿ ਉਹ ਕਲੇਮ ਨਹੀਂ ਦਿੰਦੇ ਹੈਗੇ। ਇੱਦਾਂ ਦਾ ਕੰਮ ਜਿਹੜਾ ਹੈਗਾ ਕਿ ਬਿਲਕੁਲ ਨਹੀਂ ਕਰਨਾ ਚਾਹੀਦਾ, ਵੈਸੇ ਵੀ ਬੇਈਮਾਨੀ ਵਾਲਾ ਕੰਮ ਹੈਗਾ। ਅਤੇ ਦੂਜਾ ਹੈਗਾ ਕਿ ਤੁਸੀਂ $1,00,000 ਦਾ ਜਿਹੜਾ ਹੈਗਾ ਪਰ ਰਿਸਕ ਲੈ ਰਹੇ ਹੈਗੇ ਹੋ ਜਸਟ ਉਹ ਪੈਸੇ ਬਚਾਉਣ ਵਾਸਤੇ, ਠੀਕ ਹੈ। ਤੋ ਇਸ ਤਰ੍ਹਾਂ ਦੀ ਗਲਤੀ ਕਦੀ ਨਾ ਕਰੋ। ਕਈ ਲੋਕ ਕੀ ਕਰਦੇ ਨੇ ਕਿ ਜਿਹੜੇ ਇੱਥੇ ਆ ਜਾਂਦੇ ਹੈਗੇ ਨੇ ਪੇਰੈਂਟਸ, ਉਹ ਤੋਂ ਬਾਅਦ 'ਚ ਕੈਂਸਲ ਕਰਾ ਦਿੰਦੇ, ਝੂਠ ਬੋਲਦੇ ਨੇ ਵੀ ਸਾਡੇ ਪੇਰੈਂਟਸ ਚਲੇ ਗਏ ਹੈਗੇ ਨੇ। ਹਾਲਾਂਕਿ ਕੰਪਨੀਆਂ ਅੱਜ ਕੱਲ੍ਹ ਪ੍ਰੂਫ ਮੰਗਣ ਲੱਗ ਪਈਆਂ ਵੀ ਵਾਪਸ ਜਾਣ ਦਾ ਵੀ, ਪਰ ਉਹਦਾ ਵੀ ਚਲੋ ਕੋਈ ਨਾ ਕੋਈ ਜੋੜ ਤੋੜ ਕਰ ਲੈਂਦੇ ਹਨ। ਪਰ ਇਹ ਵੀ ਬਹੁਤ ਵੱਡੀ ਮੂਰਖਤਾ ਹੈਗੀ ਹੈ, ਇੱਦਾਂ ਦੀ ਗਲਤੀ ਨਹੀਂ ਕਰਨੀ ਚਾਹੀਦੀ। 200, 400, 500, 1000 ਬਚਾਉਣ ਦੇ ਪਿੱਛੇ ਤੁਸੀਂ ਜਿਹੜਾ ਹੈਗਾ ਕਿ $1,00,000 ਦਾ ਜਿਹੜਾ ਰਿਸਕ ਲੈ ਰਹੇ, ਇਹ ਕਦੇ ਵੀ ਜਿਹੜਾ ਐਡਵਾਈਜ਼ੇਬਲ ਨਹੀਂ ਹੁੰਦਾ ਹੈਗਾ। ਜਿਹੜੀ ਦੀ ਪੇਮੈਂਟ ਹੈਗੀ ਆ, ਪੇਮੈਂਟ ਤੁਸੀਂ ਜਿਹੜਾ ਪ੍ਰੀਮੀਅਮ ਬਣਦਾ, ਮਤਲਬ 1 ਸਾਲ ਦੀ ਤੁਸੀਂ ਪਾਲਿਸੀ ਖਰੀਦੀ, ਇਹ 'ਚ 2 ਆਪਸ਼ਨਸ ਹੁੰਦੀਆਂ ਹੈਗੀਆਂ। ਤੁਸੀਂ ਮੰਥਲੀ ਵੀ ਪੇ ਕਰ ਸਕਦੇ ਹੈਗੇ ਹੋ, ਤੁਸੀਂ ਜਿਹੜਾ ਹੈਗਾ ਕਿ ਇਕੱਠੇ ਵੀ 1 ਸਾਲ ਦੇ ਪੈਸੇ ਦੇ ਸਕਦੇ ਹੈਗੇ ਹੋ। ਅਤੇ ਮੈਂ ਤਾਂ ਇਹੀ ਰਿਕਮੈਂਡ ਕਰਾਂਗਾ ਵੀ ਇਕੱਠੇ ਦੇ ਦਿਓ ਤਾਂ ਜ਼ਿਆਦਾ ਵਧੀਆ ਰਹਿੰਦਾ ਹੈਗਾ। ਉਹਦਾ ਕਾਰਨ ਕੀ ਹੁੰਦਾ ਕਿ ਬਾਈ ਚਾਂਸ ਕਦੀ ਕੋਈ ਕਲੇਮ ਆ ਜਾਏ ਅਤੇ ਫਿਰ ਕੰਪਨੀ ਜਿਹੜੀ ਹੈਗੀ ਆ ਉਹ ਦਿੱਕਤ ਵੀ ਕਰ ਸਕਦੀ ਹੈਗੀ ਹੈ। ਕਈ ਵਾਰ ਲੋਕ ਕਿ 2 ਮਹੀਨੇ ਦੀ ਲੈ ਲੈਂਦੇ ਨੇ, 2 ਮਹੀਨੇ ਦੇ ਬਾਅਦ ਫਿਰ ਕਹਿਣਗੇ ਜੀ ਮੇਰੀ ਰੀਨਿਊ ਕਰ ਦਿਓ। ਉਹ ਰੀਨਿਊ ਕਰਨ ਤੋਂ ਪਹਿਲਾਂ ਅਗਰ ਕੋਈ ਕਲੇਮ ਮਾੜਾ ਮੋਟਾ ਆ ਗਿਆ ਤਾਂ ਫਿਰ ਕੀ ਹੋਏਗਾ ਕਿ ਕੰਪਨੀ ਨੇ ਇੰਸ਼ੋਰੈਂਸ ਨਹੀਂ ਕਰਨੀ, ਅਤੇ ਨਾ ਹੀ ਕੋਈ ਹੋਰ ਕੋਈ ਕੰਪਨੀ ਕਰੇਗੀ, ਕਿਉਂਕਿ ਆਲਰੇਡੀ ਜਿਹੜਾ ਹੈਗਾ ਕਿ ਉਹਨਾਂ ਨੂੰ ਹੈਲਥ ਇਸ਼ੂ ਹੋ ਚੁੱਕਾ ਹੈਗਾ। ਅਤੇ ਜੇ ਤੁਸੀਂ ਅਫੋਰਡ ਕਰਦੇ ਹੈਗੇ ਹੋ, ਇਕੱਠੇ ਪੈਸੇ ਵੀ ਦੇ ਸਕਦੇ ਹੈਗੇ ਹੋ, ਜਾਂ ਤੁਸੀਂ ਜਿਹੜਾ ਹੈਗਾ ਕਿ ਮੰਥਲੀ ਵੀ ਦੇ ਸਕਦੇ ਹੈਗੇ ਹੋ। ਜਦੋਂ ਤੁਹਾਡੇ ਕੋਲ ਪਾਲਿਸੀ ਆਵੇ, ਠੀਕ ਹੈ, ਜਾਂ ਤੁਸੀਂ ਵੈਸੇ ਆਪਣੇ ਐਡਵਾਈਜ਼ਰ ਦੇ ਕੋਲ ਬੈਠੇ ਆ, ਅਤੇ ਐਕਸਕਲੂਜ਼ਨਸ ਜਿਹੜੇ ਹੈਗੇ ਨੇ ਇਹ ਪੁੱਛੋ ਕਿ ਕੀ ਨਹੀਂ ਕਵਰ ਇਹਦੇ ਵਿੱਚ ਹੈਗਾ, ਕਿਹੜੀਆਂ ਚੀਜ਼ਾਂ ਇਹ 'ਚ ਕਵਰਡ ਨਹੀਂ ਹੈਗੀਆਂ। ਐਕਸਕਲੂਜ਼ਨਸ ਕਿਸੇ ਵੀ ਪਾਲਿਸੀ ਦੇ ਜਿਹੜੇ ਹੈਗੇ ਨੇ, ਭਾਵੇਂ ਲਾਈਫ ਇੰਸ਼ੋਰੈਂਸ ਹੋਵੇ ਜਾਂ ਕੋਈ ਵੀ ਡਿਸੇਬਿਲਿਟੀ ਇੰਸ਼ੋਰੈਂਸ ਹੋਵੇ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਵੇ, ਜਾਂ ਟਰੈਵਲ ਇੰਸ਼ੋਰੈਂਸ ਹੈਗੀ ਆ, ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਵੀ ਭਾਵੇਂ ਹੋਵੇ, ਐਕਸਕਲੂਜ਼ਨਸ ਜਿਹੜੇ ਹੈਗੇ ਨੇ ਉਹ ਮਸਟ ਰੀਡ ਸੈਕਸ਼ਨ ਹੁੰਦਾ ਹੈਗਾ। ਤਾਂ ਉਹ ਜ਼ਰੂਰ ਉਹਦੇ ਵਿੱਚ ਪੜ੍ਹਨੇ ਚਾਹੀਦੇ ਨੇ ਤੁਹਾਨੂੰ ਜਦੋਂ ਵੀ ਤੁਹਾਡੇ ਕੋਲ ਪਾਲਿਸੀ ਆਉਂਦੀ ਕਿ ਇਹਦੇ ਵਿੱਚ ਕੀ ਚੀਜ਼ਾਂ ਜਿਹੜੀਆਂ ਕਵਰਡ ਨਹੀਂ ਹੈਗੀਆਂ। ਤੋ ਬੇਸਿਕਲੀ ਇਹ ਕੁਛ ਕੁ ਗੱਲਾਂ ਜਿਹੜੀਆਂ ਹੈਗੀਆਂ, ਤੁਸੀਂ ਸੁਪਰ ਵੀਜ਼ਾ ਜਦੋਂ ਵੀ ਇੰਸ਼ੋਰੈਂਸ ਲੈਂਦੇ ਹੈਗੇ ਹੋ ਅਤੇ ਉਹਦੇ 'ਚ ਇਹ ਗੱਲਾਂ ਦਾ ਜ਼ਰੂਰ ਖਿਆਲ ਰੱਖੋ। ਅਗਰ ਤੁਹਾਡੇ ਕੋਲ ਕੋਈ ਐਡਵਾਈਜ਼ਰ ਹੈਗਾ ਅਤੇ ਇਹਨਾਂ ਗੱਲਾਂ ਦਾ ਜ਼ਰੂਰ ਉਹਨਾਂ ਨੂੰ ਪੁੱਛੋ। ਮੇਰੇ ਕੋਲ ਕੋਈ ਸਲਾਹ ਲੈਣੀ ਹੋਏ ਸੁਪਰ ਵੀਜ਼ਾ ਬਾਰੇ ਤਾਂ ਤੁਸੀਂ ਜਿਹੜਾ ਹੈਗਾ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ, ਨਾਟ ਸੁਪਰ ਵੀਜ਼ਾ ਬਾਰੇ ਪਰ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ, ਤਾਂ ਤੁਸੀਂ ਮੈਨੂੰ 403 437 44 45 'ਤੇ ਸੰਪਰਕ ਕਰ ਸਕਦੇ ਹੈਗੇ ਹੋ। 36 ਸਟਰੀਟ ਦੇ ਉੱਤੇ ਜੈਕਸਨ ਪੋਰਟ ਪਲਾਜ਼ਾ ਦੇ ਵਿੱਚ ਸਾਡਾ ਆਫਿਸ ਹੈਗਾ ਜੀ ਇੰਸ਼ੋਰ ਲਾਈਫ ਫਾਈਨੈਂਸ਼ੀਅਲ ਗਰੁੱਪ ਦਾ। ਉੱਥੇ ਆ ਕੇ ਵੀ ਤੁਸੀਂ ਜਿਹੜਾ ਹੈਗਾ ਮੈਨੂੰ ਮਿਲ ਸਕਦੇ, ਇਨ ਪਰਸਨ ਵੀ ਮਿਲ ਸਕਦੇ ਹੈਗੇ ਹੋ। ਅਗਰ ਤੁਸੀਂ ਟੈਕਸਟ ਮੈਸੇਜ ਕਰਨਾ ਚਾਹੋ, ਟੈਕਸਟ ਮੈਸੇਜ ਵੀ ਕਰ ਸਕਦੇ ਹੈਗੇ ਹੋ, ਜਾਂ ਇੱਥੇ ਤੁਸੀਂ ਕਮੈਂਟ ਦੇ ਵਿੱਚ ਅਗਰ ਕੁਛ ਪੁੱਛਣਾ ਚਾਹੋ ਤਾਂ ਉਹ ਵੀ ਤੁਸੀਂ ਪੁੱਛ ਸਕਦੇ ਹੈਗੇ ਹੋ। ਅਤੇ ਮੈਨੂੰ ਆਸ ਹੈ ਕਿ ਇਹ ਜਿਹੜੀ ਅੱਜ ਆਪਾਂ ਗੱਲਬਾਤ ਕੀਤੀ ਹੈ, ਇਹਦੇ ਨਾਲ ਜਦੋਂ ਵੀ ਤੁਸੀਂ ਕੋਈ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਖਰੀਦੋਗੇ ਤਾਂ ਇਹ ਤੁਹਾਨੂੰ ਹੈਲਪਫੁਲ ਟਿਪਸ ਜ਼ਰੂਰ ਹੋਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ।